ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦਾ ਮਿਲਾਪ। ਮਨੁੱਖ ਨੂੰ ਅਗਲੇ 1 ਮਿੰਟ ਦਾ ਪਤਾ ਨਹੀਂ ਹੁੰਦਾ, ਪਰ ਸੰਤ ਮਹਾਤਮਾ ਦੂਰ ਦੇ ਸਮੇਂ ਦੀਆਂ ਭਵਿੱਖ ਦੀਆਂ ਜਾਣਦੇ ਹਨ। ਭੂਤਕਾਲ ਜਾਂ ਪਿਛਲੇ ਨੇੜਲੇ ਸੰਬੰਧਾਂ ਬਾਰੇ ਤਾਂ ਮਹਾਂਪੁਰਖ ਜਾਣਦੇ ਹੀ ਹਨ। ਇਸੇ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਦੇ ਨਾਲ ਕਈ ਪਿਛਲੇ ਜਨਮਾਂ ਦੇ ਸੰਬੰਧ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਸਨ, ਜਿਸ ਕਰਕੇ ਆਪ ਦਾ ਮਿਲਾਪ ਬਾਬਾ ਜੀ ਨਾਲ ਸੰਤ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲਿਆਂ ਰਾਹੀਂ ਹੋਇਆ। ਬਾਬਾ ਆਨੰਦ ਸਿੰਘ ਜੀ ਪ੍ਰਗਟ ਸੰਮਤ ਬਿਕਰਮੀ 1927 ਅਤੇ 1870 ਅੰਮ੍ਰਿਤ ਵੇਲੇ ਦਾ ਹੈ। ਪਿਤਾ ਜੀ ਬਾਬਾ ਜੈ ਸਿੰਘ ਜੀ ਅਤੇ ਮਾਤਾ ਸਦਾ ਕੌਰ ਜੀ ਦੇ ਘਰ ਚੰਨ ਚੜ੍ਹਿਆ। ਬਾਲ ਅਵਸਥਾ ਤੋਂ ਬਾਅਦ ਬਾਬਾ ਜੀ ਕੁਝ ਸਮਾਂ ਆਪਣੇ ਪਿਤਾ ਜੀ ਨਾਲ ਰਾਜਗੀਰੀ ਦਾ ਕੰਮ ਕਰਵਾਉਂਦੇ ਰਹੇ। ਇਹਨਾਂ ਦੇ ਕੰਮ ਬਾਰੇ 3 ਸਬੂਤ ਮਿਲੇ ਹਨ। ਪਹਿਲਾ, ਕਿਰਪਾਲ ਸਿੰਘ ਦਲੀਪ ਸਿੰਘ ਦੇ ਪਿਤਾ ਬਾਬਾ ਕਪੂਰ ਸਿੰਘ ਔਲਖ ਨੇ ਦੱਸਿਆ ਕਿ ਹਜੂਰ ਕਲੇਰਾਂ ਵਾਲਿਆਂ ਨੇ ਸਾਡਾ ਦਰਵਾਜ਼ਾ ਬਣਾਇਆ ਸੀ। ਜਗਰਾਓਂ ਮੰਡੀ ਵਾਲੇ ਦਰਵਾਜ਼ੇ ਨੂੰ ਵੀ ਆਪ ਜੀ ਦੇ ਕਰ ਕਮਲਾਂ ਦੀ ਸ਼ੋਅ ਪ੍ਰਾਪਤ ਹੋਈ। ਇੱਥੋਂ ਕੰਮ ਕਰਦੇ ਕਰਦੇ ਹਜੂਰ ਸਾਹਿਬ ਜਾਣ ਸਮੇਂ ਰਸਤੇ ਵਿੱਚ ਰੁੜਕੀ ਛਾਉਣੀ ਗੁਰਦੁਆਰਾ ਸਾਹਿਬ ਵਿਖੇ ਵੀ ਸੇਵਾ ਕੀਤੀ। ਸਿਰਫ ਸੱਚਖੰਡ ਹਜੂਰ ਸਾਹਿਬ ਪਹੁੰਚਣ ਵਾਸਤੇ ਕਿਰਾਇਆ ਤਿਆਰ ਕਰਨ ਲਈ 15 ਰੁਪਏ ਮਹੀਨੇ ਦੇ ਹਿਸਾਬ ਨਾਲ 10 ਮਹੀਨੇ ਤੇ 13 ਦਿਨ ਰੁੜਕੀ ਸੇਵਾ ਕੀਤੀ। ਸੰਗਤ ਜਾਣ ਨਹੀਂ ਦੇ ਰਹੀ ਸੀ। 100 ਰੁਪਏ ਹੋਰ ਆਪ ਜੀ ਨੂੰ ਭੇਟਾ ਕੀਤੇ, ਪਰ ਆਪ ਹਜੂਰ ਸਾਹਿਬ ਨੂੰ ਚਲੇ ਗਏ। ਡਰੌਲੀ ਭਾਈ ਨਗਰ ਸਿੰਘ ਘੁਮੰਡ ਸਿੰਘ ਸਾਹੋ ਕੇ ਪੱਤੀ ਭਾਈ ਕੇ ਦਰਵਾਜ਼ੇ ਦੀ ਉਸਾਰੀ ਕੀਤੀ। ਇਸ ਤੋਂ ਬਾਅਦ ਹੁਕਮ ਅਨੁਸਾਰ ਕੰਮ ਤਿਆਗ ਦਿੱਤਾ। ਭਾਈ ਸਾਹਿਬ ਜੀ ਡਰੌਲੀ ਦੱਸਦੇ ਸਨ ਕਿ ਕਲੇਰਾਂ ਵਾਲੇ ਹਜੂਰ ਫਰਮਾਇਆ ਕਰਦੇ ਸਨ ਕਿ ਜਦੋਂ ਅਸੀਂ ਕੰਮ ਕਰਦੇ ਸੀ ਤਾਂ ਸਾਡੀਆਂ ਕੁਝ ਸ਼ਰਤਾਂ ਘਰ ਦੇ ਮਾਲਕ ਨੂੰ ਸਮਝਾਈਆਂ ਹੁੰਦੀਆਂ ਸਨ, ਜਿਵੇਂ ਕਿ ਕੋਈ ਰਾਜ ਮਜ਼ਦੂਰ ਸਾਡੇ ਨਾਲ ਫਾਲਤੂ ਗੱਲ ਨਾ ਕਰੇ, ਜਦ ਕੋਈ ਚੀਜ਼ ਮੰਗੀਏ ਤਾਂ ਛੇਤੀ ਹਾਜ਼ਰ ਕਰੇ। ਨੰਬਰ 2, ਅਸੀਂ ਕੰਮ 'ਤੇ ਪਛੜ ਕੇ ਆਇਆ ਕਰਾਂਗੇ, ਜਦ ਆਉਣਾ ਕੰਮ ਓਨਾ ਹੀ ਕਰ ਦੇਣਾ। ਤੀਜਾ, ਕੰਮ ਦੀ ਮਜ਼ਦੂਰੀ ਘੱਟ ਲਵਾਂਗੇ। ਸੱਚਖੰਡ ਸ਼੍ਰੀ ਅਬਚਲ ਨਗਰ ਪਹੁੰਚ ਕੇ ਹਜੂਰ ਨੇ ਅੰਮ੍ਰਿਤ ਪਾਨ ਕਰਕੇ ਅੰਗੀਠਾ ਸਾਹਿਬ ਦੇ ਇਸ਼ਨਾਨ ਲਈ ਜਲਦੀ ਸੇਵਾ ਹੈੱਡ ਗ੍ਰੰਥੀ ਮਾਨ ਸਿੰਘ ਪਾਸੋਂ ਮਨਜ਼ੂਰ ਕਰਵਾ ਲਈ ਤੇ ਨਾਲ ਹੀ ਲੰਗਰ ਦੀ ਸੇਵਾ ਕਰਨੀ। 1 ਸਾਲ 1.5 ਪਹਿਰ ਰਹਿੰਦੀ ਰਾਤ ਨੂੰ ਅੰਗੀਠਾ ਸਾਹਿਬ ਦੇ ਇਸ਼ਨਾਨ ਕਰਾਉਣ ਲਈ ਗੋਦਾਵਰੀ ਨਦੀ ਵਿੱਚੋਂ ਪਾਣੀ ਲੈ ਕੇ ਆਉਣਾ। ਇਸ ਦੌਰਾਨ ਆਪ ਜੀ ਨੂੰ 2 ਵਾਰ ਸਤਿਗੁਰਾਂ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੋਏ। ਇੱਕ ਵਾਰ ਬਾਬਾ ਜੀ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਕੀਰਤਨ ਸਰਵਣ ਕਰ ਰਹੇ ਸਨ। ਅਚਾਨਕ ਇੱਕ ਲੜਕਾ ਹਜੂਰ ਦੇ ਇੱਕ ਵਾਰ ਸੱਜੇ ਤੇ ਇੱਕ ਵਾਰ ਖੱਬੇ ਪਾਸੇ ਖਹਿ ਕੇ ਲੰਘਿਆ। ਕਈ ਵਾਰ ਅੱਗੇ ਪਿੱਛੇ ਹੋ ਕੇ ਸਮਾਧੀ ਸਥਿਰ ਹੋਏ, ਪਰ ਜਿੱਥੇ ਵੀ ਬੈਠਣ ਉਹ ਬਾਲਕ ਉੱਥੇ ਹੀ ਚਲਿਆ ਆਵੇ। ਮਨ ਵਿੱਚ ਖਿਆਲ ਆਇਆ ਕਿ ਹੁਣ ਆਇਆ ਤਾਂ ਘੂਰ ਦਿਆਂਗੇ। ਆਪ ਨੀਵੀਂ ਪਾਈ ਬੈਠੇ ਸਨ ਤਾਂ ਦੈਵੀ ਬਾਲਕ ਆ ਗਿਆ। ਆਪ ਨੇ ਥੋੜੀ ਉਤਾਂਹ ਨਿਗਾਹ ਤੱਕ ਕਿਹਾ ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਰੂਪ ਨਜ਼ਰ ਆਇਆ। ਕੁਝ ਸਕਿੰਟਾਂ ਬਾਅਦ ਦਸ਼ਮੇਸ਼ ਪਿਤਾ, ਫਿਰ ਅਖੀਰ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੋ ਗਏ। ਆਪ ਜੀ ਨੇ ਚਰਨਾਂ 'ਤੇ ਨਮਸਕਾਰ ਕੀਤੀ, ਅੱਗੋਂ ਹੱਸ ਕੇ ਬਚਨ ਕੀਤਾ, ਅਸੀਂ ਕਿਸ ਨਾਲ ਖੇਡੀਏ, ਸਾਡਾ ਖੇਡਣ ਨੂੰ ਚਿੱਤ ਕਰਦਾ ਸੀ। ਦੂਜੀ ਵਾਰ ਫਿਰ ਜਦ 1.5 ਪਹਿਰ ਰਾਤ ਰਹਿੰਦੇ ਆਪ ਪਾਣੀ ਦੇ ਗਾਗਰ ਸੀਸ 'ਤੇ ਟਿਕਾਈ ਵਾਪਸ ਆ ਰਹੇ ਸਨ ਤਾਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ। ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਪਹਿਲਾਂ ਆਪ ਜੀ ਨੇ ਸਮਝਿਆ ਕਿ ਦਿਨ ਚੜ੍ਹ ਗਿਆ ਹੈ, ਪਰ ਇਹ ਨਹੀਂ ਹੋਇਆ ਸੀ। ਸਤਿਗੁਰਾਂ ਦਾ ਉਹ ਸਰੂਪ ਇੰਨਾ ਪ੍ਰਭਾਵਸ਼ਾਲੀ ਸੀ ਕਿ ਝੱਲਿਆ ਨਹੀਂ ਜਾ ਰਿਹਾ ਸੀ। ਬਾਬਾ ਜੀ ਆਨੰਦ ਵਿੱਚ ਹੋ ਗਏ। ਨਮਸਕਾਰ ਕਰਨ ਸਮੇਂ ਸੀਸ ਉੱਪਰ ਰੱਖੀ ਗਾਗਰ ਦਾ ਵੀ ਖਿਆਲ ਭੁੱਲ ਗਏ, ਕਿਉਂਕਿ ਸੁੱਧ ਬੁੱਧ ਵਿਸਰ ਗਈ। ਇਤਨੇ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਮੁਖਾਰ ਬਿੰਦ ਤੋਂ ਆਵਾਜ਼ ਦੇ ਕੇ ਬਚਨ ਕੀਤਾ, ਮਾਲਵੇ ਦਮਦਮੇ ਸਾਹਿਬ ਪਹੁੰਚ ਕੇ ਪੜ੍ਹਾਈ ਕਰੋ। ਇਹ ਦਸ਼ਮੇਸ਼ ਪਿਤਾ ਦਾ ਇਸ਼ਾਰਾ ਦੁਨਿਆਵੀ ਪੜ੍ਹਾਈ ਵੱਲ ਨਹੀਂ ਸੀ, ਇਹ ਤਾਂ ਮਿਲਾਪ ਕਰਾਉਣਾ ਸੀ ਪੁੱਛੋਂ ਵਾਲੇ ਸੰਤ ਬਾਬਾ ਜੀ ਹਰਨਾਮ ਸਿੰਘ ਜੀ ਨਾਲ। ਜਿਵੇਂ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਹੈ, ਅਰਜਨ ਜੋ ਮੈਨੂੰ ਜਪਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਜੁਗਤੀ ਮੈਂ ਆਪ ਦੱਸਦਾ ਹਾਂ, ਜਿਸ ਕਰਕੇ ਮੈਨੂੰ ਮਿਲ ਜਾਂਦੇ ਹਨ। ਇਸ ਤਰ੍ਹਾਂ ਹੀ ਵਾਰਤਾ ਹੋਈ, ਜਿਵੇਂ ਫਰੀਦ ਸਾਹਿਬ ਦਾ ਫਰਮਾਨ ਹੈ, ਆਪ ਲਿਏ ਲੜ ਲਾਏ ਦਰ ਦਰਵੇਸ ਸੇ। ਰਾਗ ਆਸਾ ਸ਼ੇਖ ਫਰੀਦ ਜੀ, ਅੰਗ 488।
1908 ਈਸਵੀ 1 ਸਾਲ 13 ਦਿਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੇਵਾ ਕੀਤੀ ਅਤੇ ਹੁਕਮ ਅਨੁਸਾਰ ਅਬਚਲ ਤੋਂ ਚੱਲ ਕੇ ਦਮਦਮਾ ਸਾਹਿਬ ਪਹੁੰਚ ਗਏ। ਪਰ ਇੱਥੇ ਕਈ ਕਾਰਨਾਂ ਕਰਕੇ ਮਨ ਉਚਾਟ ਹੋ ਗਿਆ। ਫਿਰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅਰਦਾਸ ਮਨਜ਼ੂਰ ਹੋਈ। ਹੁਕਮ ਆਇਆ, ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਪਾਸ ਪਹੁੰਚੋ। ਦਰਗਾਹੀ ਆਕਾਸ਼ਬਾਣੀ ਦੇ ਹੁਕਮ ਨੂੰ ਸਤ ਵਚਨ ਕਹਿ ਕੇ ਲਹਿਰੇ ਖਾਨੇ ਵੱਲ ਚੱਲ ਪਏ। ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਦੇ ਅਸਥਾਨ 'ਤੇ ਪਹੁੰਚ ਕੇ ਉਹਨਾਂ ਨੂੰ ਜਾ ਨਮਸਕਾਰ ਕੀਤੀ। ਹਜ਼ੂਰ ਸਾਹਿਬ ਤੋਂ ਦਮਦਮਾ ਸਾਹਿਬ ਆਉਣ ਅਤੇ ਉੱਥੋਂ ਦਰਗਾਹੀ ਹੁਕਮ ਦੀ ਵਿਥਿਆ ਸੁਣ ਕੇ ਆਪ ਜੀ ਨੇ ਵਿਦਿਆ ਪੜ੍ਹਾਉਣ ਲਈ ਬੇਨਤੀ ਕੀਤੀ। ਸੰਤ ਵਧਾਵਾ ਸਿੰਘ ਜੀ ਗੁਰਮੁਖੀ ਦੇ ਪਹਿਲੇ 5 ਅੱਖਰ ਆਪਣੇ ਪਵਿੱਤਰ ਹੱਥਾਂ ਨਾਲ ਬਾਬਾ ਜੀ ਦਾ ਹੱਥ ਪਕੜ ਕੇ ਊੜਾ, ਐੜਾ, ਈੜੀ, ਸੱਸਾ, ਹਾਹਾ 5 ਵਾਰ ਬੁਲਾ ਕੇ ਫਿਰ ਲਿਖਵਾਏ 5 ਵਾਰ। ਅਖੀਰ ਬਚਨ ਕੀਤਾ, ਤੇਰਾ ਕੱਟਿਆ ਜੰਮਾਂ ਦਾ ਫਾਹਾ। ਪੁਰਾਤਨ ਮਹਾਂਪੁਰਖ ਵੀ ਇਹ ਬਚਨ ਕਰਦੇ ਸਨ ਕਿ ਜੰਮਾਂ ਦਾ ਫਾਹਾ ਸਿਮਰਨ ਕਰਨ ਨਾਲ, ਸਾਧੂ ਦੀ ਸੇਵਾ ਕਰਨ ਨਾਲ ਕੱਟਿਆ ਜਾ ਸਕਦਾ ਹੈ। ਇਹਦੇ ਨਾਲ ਹੀ ਨਿਤਨੇਮ ਦੀ ਤਾਕੀਦ ਹੋ ਜਾਂਦੀ ਸੀ। ਪਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਾਂ ਪਹਿਲਾਂ ਹੀ ਸਿਮਰਨ ਬਹੁਤ ਕਰਦੇ ਸਨ। ਉਹਨਾਂ ਨੇ ਤਾਂ ਸਿਮਰਨ, ਸਿਦਕ, ਭਰੋਸੇ ਅਤੇ ਨਿਮਰਤਾ ਦੀਆਂ ਮਿਸਾਲਾਂ ਦੁਨੀਆ ਅੰਦਰ ਕਾਇਮ ਕੀਤੀਆਂ ਹਨ। ਇਸੇ ਤਰ੍ਹਾਂ ਹੀ ਬਾਬਾ ਜੀ ਮਹਾਰਾਜ ਦੀ ਹਜ਼ੂਰੀ ਸੇਵਾ ਦੀ ਮਿਸਾਲ ਬਾਬਾ ਈਸ਼ਰ ਸਿੰਘ ਜੀ ਨੇ ਕਾਇਮ ਕੀਤੀ, ਜੋ ਦੁਨੀਆ 'ਚ ਹੋਰ ਸਾਧੂ ਸੰਪਰਦਾਏ ਅੰਦਰ ਘੱਟ ਹੀ ਮਿਲਦੀ ਹੈ। ਹੁਣ ਬਾਬਾ ਜੀ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਜਿਵੇਂ ਪਾਂਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ, ਨਾਮ ਸੰਭਾਲਹਿ ਨਾਮ ਸੰਗ੍ਰਹਿ, ਲਾਹਾ ਜਗ ਮੇ ਲੇ। ਅੰਗ 938। ਉੱਪਰਲੀ ਅਵਸਥਾ ਵਿੱਚ ਸੰਤ ਵਧਾਵਾ ਜੀ ਸਨ, ਜੋ ਕਿ ਸਭ ਨੂੰ ਉਪਦੇਸ਼ ਕਰਦੇ ਸਨ। ਊੜਾ, ਐੜਾ, ਈੜੀ ਪੜ੍ਹਨ ਦੀ ਪੜ੍ਹਾਈ ਤਾਂ ਇੱਕ ਬਹਾਨਾ ਮਾਤਰ ਸੀ। ਅਸਲੀ ਪੜ੍ਹਾਈ ਤਾਂ ਇਹ ਸੀ। ਫੁਰਮਾਨ ਹੈ, ਸੱਚੀ ਪੱਟੀ ਸਚ ਮਨ ਪੜ੍ਹੀਏ, ਸ਼ਬਦੇ ਸੁਸਾਰ। ਨਾਨਕ ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗੜਹਾਰ। ਦੱਖਣੀ ਓਅੰਕਾਰ ਮਹੱਲਾ ਪਹਿਲਾ। ਅੰਗ 938। ਬਾਬਾ ਜੀ ਨੇ ਜਿਤਨੀ ਸੇਵਾ ਮਿਲਣੀ ਕਰ ਲੈਣੀ ਤੇ ਬਾਕੀ ਸਮਾਂ ਇਕਾਂਤ ਵਿੱਚ ਬੈਠ ਕੇ ਬਤੀਤ ਕਰਨਾ। ਇੱਥੇ ਕਰੀਲ ਝਾੜ ਬਹੁਤ ਸਨ। ਇੱਕ ਬਹੁਤ ਵੱਡਾ ਸੱਪ ਰਹਿੰਦਾ ਸੀ, ਇਸ ਕਰਕੇ ਉੱਥੇ ਕੋਈ ਨਹੀਂ ਜਾਂਦਾ ਸੀ। ਸੰਤ ਵਧਾਵਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੀ ਬਿਰਤੀ ਵੇਖ ਕੇ ਅਚਰਜ ਰਹਿੰਦੇ ਸਨ। ਇੱਕ ਦਿਨ ਸੰਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠੇ ਸਨ ਕਿ ਬਾਬਾ ਜੀ ਵੀ ਆ ਗਏ। ਨਮਸਕਾਰ ਕਰਨ ਉਪਰੰਤ ਨਿਮਰਤਾ ਸਹਿਤ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਦਾਸ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ। ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅੰਦਰ ਲੈ ਗਏ ਤੇ ਰੁਮਾਲਾ ਚੁੱਕ ਕੇ ਕਹਿਣ ਲੱਗੇ, ਲਓ ਕਰ ਲਓ ਦਰਸ਼ਨ। ਬਾਬਾ ਜੀ ਨੇ ਬੇਨਤੀ ਕੀਤੀ, ਦਾਸ ਨੂੰ ਆਪਣੀ ਉਂਗਲ ਨਾਲ ਸਮਝਾ ਕੇ ਪਾਠ ਕਰਾਓ, ਮੁੱਢ ਤੋਂ ਸਿੱਖਿਆ ਦਿਓ। ਲਹਿਰੇ ਵਾਲਿਆਂ ਨੇ ਮੁੱਢ ਤੋਂ ਸਿੱਖਿਆ ਨਾਲ 5 ਪੌੜੀਆਂ ਪੜ੍ਹਾਈਆਂ। ਬਾਅਦ ਵਿੱਚ ਸੰਤਾਂ ਨੇ ਹੁਕਮਨਾਮਾ ਲਿਆ। ਸੋਲਠ ਦੀ ਵਾਰ ਸਲੋਕ ਸੀ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਅੰਗ 653। ਬਾਬਾ ਜੀ ਨੇ ਪਿੱਛੇ ਇੱਕ ਹੀ ਪੰਕਤੀ ਪੜ੍ਹੀ ਤੇ ਵੈਰਾਗ ਨਾਲ ਨੇਤਰਾਂ ਦਾ ਨੀਰ ਗੰਗਾ ਜਮਨਾ ਦੀ ਤਰ੍ਹਾਂ ਵਹਿ ਤੁਰਿਆ। ਛੇਤੀ ਹੀ ਬਾਹਰ ਚਲੇ ਗਏ। ਕੁਝ ਸਮਾਂ ਬੀਤ ਜਾਣ ਬਾਅਦ ਫਿਰ ਇੱਕ ਦਿਨ ਐਵੇਂ ਹੀ ਹੋਇਆ। ਸ਼ਬਦ ਪੜ੍ਹਿਆ। ਜੈਤਸਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਲਾਗੀਬਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 697। ਹੁਣ ਕਿ ਹਜ਼ੂਰ ਬਾਬਾ ਜੀ ਉੱਥੇ ਨਾ ਠਹਿਰੇ, ਬਾਹਰ ਨੂੰ ਚਲੇ ਗਏ। ਬਾਬਾ ਜੀ ਦੀ ਇਹ ਅਵਸਥਾ ਵੇਖ ਕੇ ਸੰਤ ਵਧਾਵਾ ਸਿੰਘ ਜੀ ਸੋਚਣ ਕਿ ਜਿਹੜੀ ਪੜ੍ਹਾਈ ਇਹਨਾਂ ਪੜ੍ਹਨੀ ਏ ਉਹ ਤਾਂ ਪੁੱਚੋ ਵਾਲੇ ਬਾਬਾ ਜੀ ਹੀ ਪੜ੍ਹਾ ਸਕਦੇ ਹਨ। ਕਈ ਦਿਨ ਬਾਅਦ ਸੰਤ ਵਧਾਵਾ ਸਿੰਘ ਜੀ ਬਾਬਾ ਜੀ ਨੂੰ ਨਾਲ ਲੈ ਕੇ ਪੁੱਚੋ ਪਹੁੰਚ ਗਏ। ਇਸ ਵੇਲੇ ਇਹ 5 ਸਿੰਘਾਂ ਹਰੀ ਸਿੰਘ ਨਿਹੰਗ, ਭਗਵਾਨ ਸਿੰਘ, ਪੰਡਿਤ ਕਿਸ਼ਨ ਸਿੰਘ ਸੰਤ ਵਧਾਵਾ ਸਿੰਘ ਜੀ ਦੇ ਰੂਪ ਵਿੱਚ ਸਨ। ਰਸਤੇ ਵਿੱਚ ਹਰੀ ਸਿੰਘ ਨਿਹੰਗ ਪੁੱਛਣ ਲੱਗਾ, ਆਪਾਂ ਪੁੱਛੋ ਜਾ ਰਹੇ ਹਾਂ, ਪਰ ਉਹਨਾਂ ਪ੍ਰਤੀ ਮੇਰੇ ਅੰਦਰ ਕੁਝ ਸ਼ੰਕੇ ਹਨ। ਸੰਤ ਵਧਾਵਾ ਸਿੰਘ ਜੀ ਨੇ ਕਿਹਾ, ਸਿੰਘਾ ਮਹਾਂਪੁਰਖਾਂ ਪ੍ਰਤੀ ਕੋਈ ਸ਼ੰਕਾ ਨਹੀਂ ਕਰੀਦਾ, ਉਹ ਤਾਂ ਸਮਰੱਥ ਹਨ, ਆਪ ਪਰਮੇਸ਼ਰ ਰੂਪ ਹਨ। ਮੈਂ ਤਾਂ ਹੀ ਮੰਨਾਂਗਾ ਜੇ ਮੇਰਾ ਨਾਂ ਲੈ ਕੇ ਬੁਲਾਉਣਗੇ। ਹਰੀ ਸਿੰਘ ਨੇ ਕਿਹਾ,
ਹੁਣ ਨਿਹੰਗ ਤੇ ਸਾਥੀ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦਿੰਦੇ ਜਾ ਰਹੇ ਹਨ, ਜਿਵੇਂ ਨਦੀ ਦਾ ਪਾਣੀ ਧਰਤੀ ਦੀ ਹਿੱਕ 'ਤੇ ਗੜਗੜਾਹਟ ਪਾਉਂਦਾ ਆਵਾਜ਼ਾਂ ਦਿੰਦਾ ਜਾ ਰਿਹਾ ਹੁੰਦਾ। ਪਰ ਸਮੁੰਦਰ ਵਿੱਚ ਜਾ ਕੇ ਆਪਣੀ ਪਛਾਣ ਵੀ ਨਹੀਂ ਰੱਖ ਸਕਦਾ। ਇਸੇ ਤਰ੍ਹਾਂ ਹਰੀ ਸਿੰਘ ਨਦੀ ਦੇ ਪਾਣੀ ਦੀ ਤਰ੍ਹਾਂ ਆਵਾਜ਼ਾਂ ਦਿੰਦੇ ਜਾ ਰਹੇ ਹਨ। ਸਮੁੰਦਰ ਵਰਗੀ ਵਿਸ਼ਾਲ ਤਾਕਤ ਬਾਬਾ ਮਹਾਹਰਨਾਮ ਸਿੰਘ ਜੀ ਵੱਲ, ਜਿਵੇਂ ਗੁਰ ਸਮੁੰਦ ਨਦੀ ਸਭ ਸਿੱਖੀ, ਮਾਝ ਕੀ ਵਾਰ, ਅੰਗ 150। ਪੁੱਛੋ ਪਹੁੰਚ ਕੇ ਸੰਤਾਂ ਨੇ ਸੇਵਾਦਾਰਾਂ ਨੂੰ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਕਿਹਾ ਕਿ ਲਹਿਰੇ ਖਾਨੇ ਵਾਲੇ ਸੰਤ ਵਧਾਵਾ ਸਿੰਘ ਜੀ ਤੇ ਉਹਨਾਂ ਦੇ ਸੰਗੀ ਦਰਸ਼ਨ ਕਰਨ ਆਏ ਹਨ, ਆਗਿਆ ਹੈ। ਸੇਵਕ ਨੇ ਜਾ ਕੇ ਬੇਨਤੀ ਕੀਤੀ। ਹਜ਼ੂਰ ਨੇ ਹੁਕਮ ਦਿੱਤਾ, ਆਉਣ ਦਿਓ। ਆਗਿਆ ਮਿਲਣ 'ਤੇ ਸੰਤ ਵਧਾਵਾ ਸਿੰਘ ਜੀ ਅੱਗੇ ਹੋ ਗਏ ਤੇ ਬਾਕੀ ਪਿੱਛੇ ਹੋ ਟਿੱਲੇ ਉੱਪਰ ਚੜ੍ਹਨ ਲੱਗੇ। ਹਜ਼ੂਰ ਆਸਨ ਤੋਂ ਉੱਠ ਕੇ ਬਾਹਰ ਆ ਗਏ ਤੇ ਆਉਂਦਿਆਂ ਹੀ ਬਚਨ ਕੀਤਾ, ਵਧਾਵਾ ਸਿੰਘ ਆ ਗਿਆ ਹੈ। ਫਿਰ ਹਰੀ ਸਿੰਘ ਵੱਲ ਮੁਖਾਤਿਬ ਹੋ ਕੇ ਬਚਨ ਕੀਤਾ, ਗਤ ਜਾਤ ਦੰਗਾ ਹੈ ਤੇਰੀ, ਤੂੰ ਅੜੀਅਲ ਟੱਟੂ, ਸੁੱਖਾ ਪੀਵੇਂ ਖਾਏ ਫੀਮਾ, ਵੇਲਾ ਪੁਰਸ਼ ਨਿਖੱਟੂ, ਤੂੰ ਕਹਿੰਦਾ ਸੀ ਲੈ ਕੇ ਮੇਰਾ ਨਾਮ ਬੁਲਾਵਣ, ਨਹੀਂ ਮੈਂ ਪਾਸਾ ਵਟੂ, ਆ ਬਈ ਹਰੀ ਸਿੰਘ ਨਿਹੰਗਾ, ਮੱਥਾ ਟੇਕ ਸੂਹਿਟੂ। ਕਰਤਾ ਗਿਆਨੀ ਮੇਹਰ ਸਿੰਘ ਜੈਦ ਕਲੇਰਾ ਤੋਂ। ਸੰਤ ਵਧਾਵਾ ਸਿੰਘ ਜੀ ਦੇ ਨਮਸਕਾਰ ਕਰਨ ਤੋਂ ਪਹਿਲਾਂ ਹੀ ਹਰੀ ਸਿੰਘ ਨਿਹੰਗ ਝਰਨਾ 'ਤੇ ਡਿੱਗ ਪਿਆ। ਕੁਝ ਸਮਾਂ ਚੁੱਪ ਵਰਤੀ ਰਹੀ। ਫਿਰ ਹਜ਼ੂਰ ਨੇ ਬਚਨ ਕੀਤਾ, ਸ਼ੁੱਧ ਹੈ, ਸਾਡਾ ਬੰਦਾ ਸਾਡੇ ਕੋਲ ਪਹੁੰਚ ਗਿਆ ਹੈ, ਹੁਣ ਅਸੀਂ ਜਾਣੀਏ ਜਾਂ ਇਹ। ਬਾਬਾ ਨੰਦ ਸਿੰਘ ਜੀ ਵੱਲ ਇਸ਼ਾਰਾ ਸੀ, ਅਸੀਂ ਕਦੋਂ ਦੇ ਆਏ ਹਾਂ, ਤੂੰ ਇੰਨਾ ਚਿਰ ਕਿੱਥੇ ਰਿਹਾ, ਆਉਣਾ ਤਾਂ ਪਹਿਲਾਂ ਚਾਹੀਦਾ ਸੀ। ਅੱਗੋਂ ਬਾਬਾ ਨੰਦ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਸਭ ਕੁਝ ਆਪਦੇ ਹੱਥ ਹੈ, ਜਿਵੇਂ ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਸੋਠ ਮਹੱਲਾ ਪੰਜਵਾਂ, ਅੰਗ 626। ਆਗਿਆ ਮਿਲਣ ਤੋਂ ਬਾਅਦ ਸੰਤ ਵਧਾਵਾ ਸਿੰਘ ਜੀ ਅਤੇ ਹਰੀ ਸਿੰਘ ਲਹਿਰੇ ਖਾਨੇ ਨੂੰ ਚੱਲ ਪਏ। ਰਸਤੇ ਵਿੱਚ ਸੰਤਾਂ ਨੇ ਹਰੀ ਸਿੰਘ ਨੂੰ ਪੁੱਛਿਆ, ਸ਼ੰਕੇ ਦੂਰ ਹੋ ਗਏ? ਮਹਾਰਾਜ ਮੈਂ ਤਾਂ ਅਭੋਲੀ ਸੀ, ਇੱਥੇ ਤਾਂ ਕੁਝ ਹੋਰ ਹੀ ਵੇਖਿਆ। ਇਹ ਤਾਂ ਪਰਮੇਸ਼ਰ ਦਾ ਰੂਪ ਆਪ ਛਿਪੇ ਬੈਠੇ ਹਨ, ਨਿਹੰਗ ਨੇ ਉੱਤਰ ਦਿੱਤਾ। ਸੰਤ ਵਧਾਵਾ ਸਿੰਘ ਜੀ ਨੇ ਬਚਨ ਕੀਤਾ, ਹਰੀ ਸਿੰਘ ਇਹ ਪੂਰਨ ਕਰਤਾ ਪੁਰਖ ਦਾ ਰੂਪ ਹਨ, ਇਹ ਤਾਂ ਦੁਨੀਆ ਦੇ ਭਲੇ ਲਈ ਆਏ ਹਨ। ਇਹ ਸਰਬ ਸ਼ਕਤੀਮਾਨ ਦੁਨੀਆ ਨੂੰ ਅੰਧਕਾਰ ਤੋਂ ਕੱਢਣ ਲਈ ਆਪਣੇ ਬੋਲਾਂ, ਕਰਮਾਂ ਅਤੇ ਵਿਚਾਰਾਂ ਦੀ ਰੌਸ਼ਨੀ ਲੈ ਕੇ ਆਏ ਹਨ। ਇਹਨਾਂ ਦੀ ਉਸਤਤ ਤੇ ਕਹਿਣ ਸੁਣਨ ਤੋਂ ਵੀ ਉਚੇਰੀ ਹੈ, ਆਪਣੀ ਗਤ ਆਪ ਹੀ ਜਾਣਦੇ ਹਨ। ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਰਾਮਕਲੀ ਕੀ ਵਾਰ, ਮਹੱਲਾ ਪੰਜਵਾਂ, ਅੰਗ 962। ਸੰਤ ਵਧਾਵਾ ਸਿੰਘ ਜੀ ਚਲੇ ਜਾਣ ਤੋਂ ਬਾਅਦ ਸੰਤ ਬਾਬਾ ਆਨੰਦ ਸਿੰਘ ਜੀ ਨੂੰ ਮਹਾਂਪੁਰਖ ਬਾਬਾ ਜੀ ਨੇ ਆਪਣੇ ਪਾਸ ਬੁਲਾਇਆ ਤੇ ਇੱਕ ਸ਼ਬਦ ਦੱਸ ਕੇ ਉਸ ਨੂੰ ਜਪਣ ਦਾ ਹੁਕਮ ਦਿੱਤਾ। ਬਾਬਾ ਜੀ ਆਨੰਦ ਸਿੰਘ ਜੀ ਤੇ 7 ਬਚਨ ਕਹਿ ਕੇ ਸਿਰ ਝੁਕਾ ਦਿੱਤਾ। ਹਜ਼ੂਰ ਦਾ ਹੁਕਮ ਸੀ, ਇਕਾਂਤ ਜਗ੍ਹਾ ਨਿਵਾਸ ਕਰੋ, ਇੱਕੋ ਸਮੇਂ ਹਰ ਰੋਜ਼ ਦਰਸ਼ਨ ਕਰਨ ਜਾਇਆ ਕਰੋ। ਇਸ ਤੋਂ ਉਪਰੰਤ ਇਕਾਂਤ ਵਿੱਚ ਜਾ ਕੇ ਨਿਤਨੇਮ ਨਾਲ ਹੀ ਸ਼ਬਦ ਦੇ ਅਭਿਆਸ ਵਿੱਚ ਲੀਨ ਹੋ ਗਏ। ਕੁਝ ਹੀ ਦਿਨਾਂ ਬਾਅਦ ਰਿੱਧੀਆਂ ਸਿੱਧੀਆਂ ਅਤੇ ਗੁਪਤ ਸ਼ਕਤੀਆਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਣ ਲੱਗ ਪਈਆਂ। ਇੱਕ ਦਿਨ ਸੁਭਾਵਕ ਹੀ ਆਪ ਨੇ ਉਹਨਾਂ ਨੂੰ ਬਚਨ ਕੀਤਾ, ਤੁਸੀਂ ਕੌਣ ਹੋ ਭਾਈ? ਉਹਨਾਂ ਉੱਤਰ ਦਿੱਤਾ, ਮਹਾਰਾਜ ਅਸੀਂ ਨਿਰੰਕਾਰ ਦੀਆਂ ਰਚੀਆਂ ਹੋਈਆਂ ਗੁਪਤ ਸ਼ਕਤੀਆਂ ਹਾਂ। ਬਾਬਾ ਜੀ ਨੇ ਬਚਨ ਕੀਤਾ, ਇੱਥੇ ਕੀ ਲੈਣ ਆਈਆਂ ਹੋ? ਅਸੀਂ ਤੁਸੀਂ ਸਾਨੂੰ ਯਾਦ ਕੀਤਾ ਤੇ ਅਸੀਂ ਚਲੀਆਂ ਆਈਆਂ। ਜਿਹੜਾ ਸ਼ਬਦ ਤੁਸੀਂ ਜਪ ਰਹੇ ਹੋ ਅਸੀਂ ਉੱਥੇ ਹਾਜ਼ਰ ਹੁੰਦੀਆਂ ਜਿੱਥੇ ਇਹਦਾ ਜਾਪ ਹੋਵੇਗਾ। ਜਵਾਬ ਸੁਣ ਕੇ ਬਾਬਾ ਜੀ ਹੈਰਾਨ ਹੋ ਗਏ। ਵਿਚਾਰ ਆਈ ਕਿ ਹੁਣ ਕੀ ਕੀਤਾ ਜਾਵੇ। ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ, ਪਰ ਮਾਲਕ ਅੱਗੇ ਇਨਕਾਰ ਕਿਵੇਂ ਕਰੀਏ? ਬੋਲਣਾ ਠੀਕ ਨਹੀਂ। ਅਸੀਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸਮਝਦੇ। ਜੇ ਧਰਤੀ ਸਭ ਕੰਚਨ ਕਰ ਦੀਜੇ, ਬਿਨ ਨਾਵੇਂ ਅਵਰ ਨਾ ਭਇਆ ਰਾਮ। ਅੰਗ 444। ਇਹੋ ਜਿਹੀਆਂ ਸ਼ਕਤੀਆਂ ਕਠਿਨ ਕਮਾਈਆਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ। ਜਿੰਨੀ ਕਠਿਨ ਕਮਾਈ ਇਹਨਾਂ ਮਹਾਂਪੁਰਖਾਂ ਦੀ ਨੂੰ ਸਮਝਣਾ ਔਖਾ ਹੈ, ਓਨਾ ਹੀ ਇਹਨਾਂ ਦੀ ਪ੍ਰਕਿਰਤਿਕ ਖੇਡ ਨੂੰ ਸਮਝਣਾ ਔਖਾ ਹੈ। ਇਹ ਜੋ ਵੀ ਕਰਦੇ ਹਨ ਪ੍ਰਤੱਖ ਨਹੀਂ, ਇਨਸਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੋਣ ਦਿੰਦੇ। ਇਹ ਬਚਨ ਬਾਬਾ ਨੰਦ ਸਿੰਘ ਜੀ ਦੇ ਹਜ਼ੂਰੀ ਸੇਵਕ ਬਾਬਾ ਹਜ਼ੂਰਾ ਸਿੰਘ ਜੀ ਤੋਂ ਮਿਲਿਆ।
ਜਿਸ ਕੂੜ ਦੇ ਸੰਸਾਰ ਤੋਂ ਉੱਪਰ ਉੱਠ ਕੇ ਨਿਮਰਤਾ ਦਾ ਭੋਰਾ ਪੁੱਟ ਕੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਹ ਪਰਮ ਪਦਵੀ ਦੀ ਪ੍ਰਾਪਤੀ ਪਾਈ, ਕਿਉਂਕਿ ਪਰਮ ਤੱਤ ਹੀ ਪਰਮਾਤਮਾ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਸੀ ਸਮਝਦੇ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਆਪ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਅੱਗੇ ਬੇਨਤੀ ਕਰਨ ਲਈ ਟਿੱਲੇ ਉੱਪਰ ਪਹੁੰਚ ਗਏ। ਨਮਸਕਾਰ ਕਰਨ ਉਪਰੰਤ ਬੈਠ ਗਏ, ਕਿਉਂਕਿ ਹਜ਼ੂਰ ਸਮਾਧੀ ਸਥਿਰ ਸਨ। ਕੁਝ ਦੇਰ ਬਾਅਦ ਹਜ਼ੂਰ ਨੇ ਨੇਤਰ ਖੋਲ੍ਹੇ ਤਾਂ ਬਾਬਾ ਆਨੰਦ ਸਿੰਘ ਜੀ ਨੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਗਰੀਬ ਨਿਵਾਜ, ਹੁਕਮ ਹੋਵੇ ਤਾਂ ਇੱਕ ਬੇਨਤੀ ਕਰਨੀ ਹੈ। ਦੱਸੋ ਕੀ ਆਖਣਾ ਚਾਹੁੰਦੇ ਹੋ? ਬਾਬਾ ਜੀ ਨੇ ਪੁੱਛਿਆ। ਬਾਬਾ ਜੀ ਨੇ ਆਖਿਆ, ਪਾਤਸ਼ਾਹ, ਜਿਹੜਾ ਸ਼ਬਦ ਆਪ ਜੀ ਨੇ ਬਖਸ਼ਿਆ ਹੈ ਉਸ ਨਾਲ ਅਜੀਬ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਕਹਿਣ ਲਈ ਮਜਬੂਰ ਕਰਦੀਆਂ ਹਨ। ਸਿਮਰਨ ਵਿੱਚ ਮਨ ਨਹੀਂ ਟਿਕਦਾ। ਜੋ ਸਾਹਮਣੇ ਆਉਂਦੀਆਂ ਹਨ ਉਹ ਕੀ ਆਖਦੀਆਂ ਹਨ? ਹਜ਼ੂਰ ਨੇ ਬਚਨ ਕੀਤਾ। ਉਹ ਕਹਿੰਦੀਆਂ ਹਨ ਕਿ ਦੱਸੋ ਕੀ ਕੰਮ ਹੈ, ਸਾਨੂੰ ਕਿਉਂ ਬੁਲਾਇਆ ਹੈ? ਹਜ਼ੂਰ, ਦਾਸ ਨੂੰ ਤਾਂ ਬੋਲਣ ਦਾ ਪਤਾ ਨਹੀਂ, ਨਾ ਅੱਗੇ ਕਦੇ ਆਈਆਂ ਹਨ। ਮੈਂ ਤਾਂ ਤੁਹਾਡਾ ਹੁਕਮ ਮੰਨ ਕੇ ਜੱਪੀ ਜਾ ਰਿਹਾ ਹਾਂ। ਬਾਬਾ ਆਨੰਦ ਸਿੰਘ ਜੀ ਨੇ ਉੱਤਰ ਦਿੱਤਾ। ਤੁਹਾਨੂੰ ਲੋੜ ਨਹੀਂ ਇਹਨਾਂ ਦੀ? ਹਜ਼ੂਰ ਨੇ ਪ੍ਰਸ਼ਨ ਕੀਤਾ। ਨਹੀਂ ਹਜ਼ੂਰ, ਬਾਬਾ ਜੀ ਦਾ ਜਵਾਬ ਸੀ। ਦੁਨੀਆ ਦੇ ਸੰਤ, ਮਹੰਤ, ਫਕੀਰ ਸਭ ਇਹਨਾਂ ਦੇ ਪਿੱਛੇ ਪਿੱਛੇ ਫਿਰਦੇ ਹਨ, ਤੁਸੀਂ ਲੋੜ ਨਹੀਂ ਸਮਝਦੇ? ਇਹ ਹੁਕਮ ਨਾਲ ਹੀ ਆਈਆਂ ਹਨ, ਹਜ਼ੂਰ ਬਾਬਾ ਜੀ ਨੇ ਬਚਨ ਕੀਤਾ। ਬਾਬਾ ਆਨੰਦ ਸਿੰਘ ਜੀ ਦੇ ਚੁੱਪ ਰਹਿਣ ਤੋਂ ਬਾਅਦ ਬਾਬਾ ਜੀ ਨੇ ਫਿਰ ਪ੍ਰਸ਼ਨ ਕੀਤਾ, ਫਿਰ ਕੀ ਚਾਹੀਦਾ ਹੈ ਜੇ ਇਹਨਾਂ ਦੀ ਲੋੜ ਨਹੀਂ? ਮਹਾਰਾਜ, ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ ਤੇ ਮੈਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਵਾਓ, ਪ੍ਰੀਤੀ ਬਖਸ਼ੋ। ਬਾਬਾ ਜੀ ਦੀ ਬੇਨਤੀ ਸੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਦੇਵ ਗੰਧਾਰੀ ਮਹੱਲਾ 5ਵਾਂ, ਅੰਗ 534। ਹਜ਼ੂਰ ਮੇਹਰ ਦੇ ਘਰ ਆਏ ਅਤੇ ਬਚਨ ਕੀਤਾ, ਚੰਗਾ ਫਿਰ ਮੂਲ ਮੰਤਰ ਦਾ ਜਾਪ ਕਰੋ। ਪਹਿਲੇ ਸਾਰੇ ਸ਼ਰ੍ਹਾ ਕਰਾਈ, ਫਿਰ ਹੁਕਮ ਕੀਤਾ 1300 ਵਾਰੀ ਬਚਨ ਕਰੋ, ਕਹੋ ਮੈਂ ਤੇਰਾ, ਮੈਂ ਤੇਰਾ। ਬਾਬਾ ਜੀ ਪੁੱਚੋ ਵਾਲਿਆਂ ਨੇ ਆਪਣਾ ਹੱਥ ਹੇਠਾਂ ਰੱਖ ਕੇ ਉੱਪਰ ਬਾਬਾ ਆਨੰਦ ਸਿੰਘ ਜੀ ਦਾ ਹੱਥ ਰੱਖ ਕੇ ਆਪਣੇ ਦੂਜੇ ਹੱਥ ਨਾਲ ਬਾਬਾ ਜੀ ਦਾ ਹੱਥ ਲਾ ਕੇ ਗਿਣਤੀ ਕਰਦੇ ਰਹੇ। ਆਖਰ ਬਚਨ ਕੀਤਾ, ਸ਼ੁੱਧ ਹੈ। ਹੁਕਮ ਹੋਇਆ 40 ਦਿਨ ਲਗਾਤਾਰ ਮੂਲ ਮੰਤਰ ਦਾ 1.25 ਲੱਖ ਪਾਠ ਕਰੋ। ਇਸ ਤਰ੍ਹਾਂ ਮਰਿਆਦਾ ਵੀ ਸਮਝਾਈ ਤੇ ਬਚਨ ਕੀਤਾ, ਕਠਿਨ ਕਾਲ ਨਾ ਕਾਲ ਨਹੀਂ ਹੋਵੇਗੀ। 101 ਪੰਕਤੀ ਦਾ ਸੰਪਟ ਪਾਠ ਅਤੇ 12 ਸਾਲ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸੇਵਾ ਗਾਗਰ ਦੀ ਕਰਨੀ ਹੈ। ਬਾਬਾ ਆਨੰਦ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ 1 ਸਾਲ ਦਾਸ ਨੇ ਸੇਵਾ ਕੀਤੀ ਹੈ। ਉਸ ਤੋਂ ਬਾਅਦ ਜੋ ਉੱਥੇ ਬਿਰਤਾਂਤ ਵਰਤਿਆ ਉਹ ਵੀ ਦੱਸ ਦਿੱਤਾ। ਇਹ ਸੁਣ ਕੇ ਬਾਬਾ ਜੀ ਹਰਨਾਮ ਸਿੰਘ ਜੀ ਨੇ ਕਿਹਾ, ਜੇ ਸਤਿਗੁਰ ਸਾਹਿਬ ਦੇ ਦਰਸ਼ਨ ਹੋ ਗਏ ਹਨ ਤੇ ਹੁਕਮ ਨਾਲ ਇੱਥੇ ਆਉਣਾ ਹੋਇਆ ਹੈ ਤਾਂ ਸ਼ੁੱਧ ਹੈ। ਬਚਨ ਕਰਕੇ ਹਜ਼ੂਰ ਅੰਤਰ ਧਿਆਨ ਹੋ ਗਏ। ਕੁਝ ਸਮੇਂ ਬਾਅਦ ਨੇਤਰ ਖੋਲ੍ਹੇ ਤੇ ਹੁਕਮ ਕੀਤਾ, ਸੰਪੜ ਪਾਠ ਕਰਨਾ ਪੈਣਗੇ। ਕੰਮ ਜ਼ਿਆਦਾ ਹੈ, ਸਮਾਂ ਘੱਟ ਹੈ, ਚੰਗਾ ਸਾਵਧਾਨ ਹੋ ਕੇ ਰਹਿਣਾ। ਜੇ ਕੋਈ ਮੁਸ਼ਕਲ ਪੇਸ਼ ਆਵੇ ਤਾਂ ਬਿਨਾਂ ਕਿਸੇ ਸ਼ੰਕੇ ਦੇ ਪੁੱਛ ਲੈਣਾ। ਹੁਣ ਤੁਸੀਂ ਇੱਥੋਂ ਚੜ੍ਹਦੇ ਵਾਲੇ ਪੂਰਬ ਵਾਲੇ ਪਾਸੇ ਜਾਓ ਤੇ ਆਪਣਾ ਕੰਮ ਕਰੋ। ਹੁਕਮ ਅਨੁਸਾਰ ਪੁੱਚੋ ਤੋਂ ਚੱਲ ਕੇ ਪੂਰਬ ਵਾਲੇ ਪਾਸੇ ਇਕਾਂਤ ਜਗ੍ਹਾ ਵੇਖ ਕੇ ਆਸਣ ਲਾ ਲਿਆ। ਨਿਤਨੇਮ ਆਰੰਭ ਕਰ ਦਿੱਤਾ ਤੇ ਹੁਕਮ ਅਨੁਸਾਰ ਹਰ ਰੋਜ਼ ਨੇਮ ਨਾਲ ਪੁੱਚੋ ਆਉਣਾ। ਹਜ਼ੂਰ ਬਾਬਾ ਜੀ ਮਹਾਰਾਜ ਪੁੱਚੋ ਵਾਲਿਆਂ ਨੇ ਸ਼ਰ੍ਹਾ ਕਰਨੀ ਤੇ ਇੱਕ ਬਾਸੀ ਰੋਟੀ, ਬਹਿਆ ਪ੍ਰਸ਼ਾਦਾ ਜੋ ਪਾਣੀ ਨਾਲ ਗਿੱਲੀ ਕੀਤੀ ਹੁੰਦੀ ਸੀ, ਛਕਣ ਲਈ ਆਪਣੀ ਨਿਗਾਹ ਕਰ ਦੇਣੀ। ਲੂਣ ਮਿਰਚ ਵੀ ਨਹੀਂ ਦੇਣਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ 7 ਬਚਨ ਕਰਕੇ ਛਕ ਲੈਣਾ, ਮੱਥਾ ਟੇਕ ਕੇ ਵਾਪਸ ਚਲੇ ਜਾਣਾ। ਬਸ ਇਸ ਤਰ੍ਹਾਂ ਹਰ ਰੋਜ਼ ਨਿਤਨੇਮ ਦੇ ਨਾਲ ਇਹ ਵੀ ਨਿਤਨੇਮ ਬਣਾ ਲਿਆ। ਜਿੰਨੀ ਵੱਡੀ ਜਮਾਤ ਦੀ ਪੜ੍ਹਾਈ ਹੋਏਗੀ, ਘਾਲਣਾ ਉਸ ਅੰਦਰ ਵੱਧ ਹੋਏਗੀ, ਪਰ ਜੇ ਪ੍ਰੀਖਿਆ ਵਿੱਚੋਂ ਪਾਸ ਹੋ ਜਾਵੇਗੀ ਤਾਂ ਫਲ ਵੀ ਉਤਨਾ ਹੀ ਸੁਖਦਾਈ ਹੋਵੇਗਾ। ਨਿਤਨੇਮ ਕਰਦਿਆਂ 30 ਦਿਨ ਹੋਏ ਤਾਂ ਮਨ ਐਸੀਆਂ ਗਿਣਤੀਆਂ ਵਿੱਚ ਲੱਗ ਗਿਆ ਕਿ ਇਕਾਗਰਤਾ ਖਤਮ ਹੋ ਗਈ। ਮਨ ਵਿੱਚ ਫੁਰਨੇ ਦਿਨ ਰਾਤ ਬਣਦੇ ਰਹਿਣ।
ਨਿਤਨੇਮ ਕਰਨ ਲੱਗੇ ਵੀ ਮਨ ਫੁਰਨਿਆਂ ਅੰਦਰ ਦੌੜਿਆ ਰਹੇ। ਮਨ ਦੀ ਸ਼ਾਂਤੀ ਅਲੋਪ ਹੋ ਗਈ। ਜੋ ਨਿਤਨੇਮ ਵਿੱਚ ਆਨੰਦ ਵੱਜਦਾ ਸੀ, ਰਸ ਆਉਂਦਾ ਸੀ, ਸਭ ਪਰ ਲਾ ਕੇ ਉੱਡ ਗਿਆ। ਇੱਕ ਮਨ ਦੀ ਕਲਪਨਾ ਹੀ ਰਹਿ ਗਈ। ਬਹੁਤ ਯਤਨ ਕਰਨ ਤੋਂ ਬਾਅਦ ਵੀ ਜਦ ਮਨ ਸ਼ਾਂਤ ਨਾ ਹੋਇਆ ਤਾਂ ਫੁਰਨਾ ਬਣਿਆ ਕਿ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਵੇ। ਅਗਲੇ ਦਿਨ ਜਦੋਂ ਦਰਸ਼ਨ ਕਰਨ ਆਏ ਤਾਂ ਬੇਨਤੀ ਕੀਤੀ, ਪਾਤਸ਼ਾਹ ਪਹਿਲਾਂ ਜਦ ਵੀ ਫੁਰਨਾ ਬਣਦਾ ਤਾਂ ਸਤਿਗੁਰਾਂ ਦੇ ਦਰਸ਼ਨ ਹੋ ਜਾਂਦੇ, ਮਨ ਸ਼ਾਂਤ ਰਹਿੰਦਾ ਤੇ ਇਕਾਗਰਤਾ ਵਿੱਚ ਜੁੜਦਾ, ਪਰ ਹੁਣ ਕੀ ਹੋ ਗਿਆ ਹੈ? ਸਭ ਕੁਝ ਅਲੋਪ ਹੋ ਗਿਆ ਹੈ। ਪੁੱਛੋ ਵਾਲੇ ਬਾਬਾ ਜੀ ਹਜ਼ੂਰ ਨੇ ਫਰਮਾਇਆ, ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਇੱਕ ਅਵਸਥਾ ਬਦਲ ਕੇ ਦੂਜੀ ਅੰਦਰ ਪ੍ਰਵੇਸ਼ ਕਰਦੀ ਹੈ। ਉਸ ਸਮੇਂ ਦੀ ਪ੍ਰੀਖਿਆ ਹੈ, ਤੁਸੀਂ ਫਿਕਰ ਨਾ ਕਰੋ, ਸ਼ੁੱਧ ਹੈ। ਬਚਨ ਸੁਣ ਕੇ ਬਾਬਾ ਜੀ ਕਲੇਰਾਂ ਵਾਲੇ ਸ਼ਰਾਂ ਕਰਾ ਕੇ ਪ੍ਰਸ਼ਾਦਾ ਜੋ ਮਿਲਿਆ ਛਕ ਕੇ ਆਪਣੇ ਸਥਾਨ 'ਤੇ ਚਲੇ ਗਏ। ਫਿਰ ਬਾਕੀ ਦੇ 10 ਦਿਨਾਂ ਵਿੱਚ ਰਹਿੰਦੇ ਮਨ ਇਕਾਗਰਤਾ ਵਿੱਚ ਆ ਗਿਆ ਤੇ ਆਨੰਦ ਵਿਖਿਆਨ ਕਰਨ ਤੋਂ ਵੱਧ ਹੋ ਗਿਆ। ਇੱਕ ਸਮੇਂ ਦੀ ਉੱਚੀ ਤੇ ਸੁੱਚੀ ਰਸਦਾਇਕ ਅਵਸਥਾ ਦਾ ਇੱਕ ਬਚਨ ਭਾਈ ਡਰੋਲੀ ਜੀ ਨੂੰ ਸੁਣਾਇਆ। ਬਾਬਾ ਜੀ ਕਲੇਰਾਂ ਵਾਲਿਆਂ ਬਚਨ ਕੀਤਾ, ਭਾਈ ਡਰੋਲੀ, ਇਹਨਾਂ ਦਿਨਾਂ ਵਿੱਚ ਸਾਨੂੰ ਇਹੋ ਜਿਹਾ ਆਨੰਦ ਆਇਆ, ਵਿਆਖਿਆ ਕਰਨ ਤੋਂ ਬਾਹਰ ਹੈ, ਜਿਹੜਾ ਚਾਲੀਸਾ ਅਸੀਂ ਪੁੱਛੋ ਵਾਲਿਆਂ ਦੇ ਹੁਕਮ ਅਨੁਸਾਰ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਕੀਤਾ। 40 ਦਿਨ ਪੂਰੇ ਹੋਣ ਤੋਂ ਬਾਅਦ ਹਜ਼ੂਰ ਬਾਬਾ ਜੀ ਨੇ ਇੱਕ ਗੁਟਕਾ ਸ਼ਰਾ ਕਰਕੇ ਕਲੇਰਾਂ ਵਾਲੇ ਬਾਬਾ ਜੀ ਨੂੰ ਦਿੱਤਾ ਤੇ ਹੁਕਮ ਦਿੱਤਾ, ਹੁਣ ਬਾਹਰ ਵਿਚਰ ਕੇ ਕਮਾਈ ਕਮਾਉਂਦੇ ਰਹੋ, ਕਦੇ ਕਦੇ ਆ ਕੇ ਦਰਸ਼ਨ ਕਰ ਜਾਇਆ ਕਰੋ। ਆਪ ਨੇ ਸਤ ਬਚਨ ਉਚਾਰਿਆ ਤੇ ਚਰਨਾਂ ਉੱਪਰ ਸੀਸ ਨਿਵਾ ਕੇ ਨਮਸਕਾਰ ਕੀਤੀ। ਹੁਕਮ ਦੀ ਪਾਲਣਾ ਕਰਨ ਲਈ ਹਜ਼ੂਰ ਤੋਂ ਆਗਿਆ ਲੈ ਕੇ ਆਪ ਵਿਚਰਨ ਲਈ ਤੁਰ ਪਏ। ਪ੍ਰੀਖਿਆ ਕਠਿਨ ਤੋਂ ਕਠਿਨ ਹੋ ਰਹੀ ਹੈ, ਪਰ ਪ੍ਰੀਖਿਆਰਥੀ ਨਿਮਰਤਾ, ਸਹਿਣਸ਼ੀਲਤਾ, ਤਿਆਗ, ਦ੍ਰਿੜਤਾ ਦੇ ਸੁਨਹਿਰੇ ਮੱਧ ਮਾਰਗ 'ਤੇ ਤੁਰ ਕੇ ਨਿਪੁੰਨਤਾ ਦੇ ਪੁੰਜ ਬਣ ਕੇ ਪਾਰ ਨਿਕਲਦੇ ਹਨ, ਭਾਵ ਪਾਸ ਹੋ ਜਾਂਦੇ ਹਨ। ਇਸ ਤਰ੍ਹਾਂ ਪਾਸ ਹੋ ਕੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ ਮਹਾਂਪੁਰਖ। ਜੋ ਮੁਰਾਦ ਅਸੀਂ ਦਾਤੇ ਤੋਂ ਮੰਗਾਂਗੇ ਉਹ ਜ਼ਰੂਰ ਮਿਲੇਗੀ, ਪਰ ਸੋਚੀਏ ਕਿ ਕੀ ਮੰਗੀਏ। ਦੁਨਿਆਵੀ ਸੁੱਖ ਦੇ ਨਾਲ ਦੁੱਖ ਚੰਬੜਿਆ ਹੁੰਦਾ ਹੈ, ਜਿਵੇਂ ਧੁੱਪ ਨਾਲ ਛਾਂ ਤੇ ਦਿਨ ਨਾਲ ਰਾਤ। ਇਸ ਲਈ ਜੇ ਮੰਗਣਾ ਹੈ ਤਾਂ ਹਰ ਜਸ ਮੰਗੀਏ, ਜਿਸ ਦੇ ਨਾਲ ਜਨਮ ਦੀ ਲਾਲਸਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਈਏ। ਇਸੇ ਹੀ ਤਰ੍ਹਾਂ ਪੁੱਛੋ ਵਾਲੇ ਬਾਬਾ ਜੀ ਨੇ ਬਾਬਾ ਆਨੰਦ ਸਿੰਘ ਜੀ ਨੂੰ ਆਪ ਵਿਚਰਨ ਲਈ ਹੁਕਮ ਦਿੱਤਾ ਤੇ ਫਿਰ ਕਲੇਰਾਂ ਵਾਲੇ ਬਾਬਾ ਜੀ ਨੇ ਮੰਗਿਆ ਵੀ ਆਪਣੇ ਲਈ ਨਹੀਂ, ਪਰ ਉਪਕਾਰ ਲਈ। ਪਾਠਕ ਸੰਤ ਧੰਨਾ ਸਿੰਘ ਜੀ ਬਾਰੇ ਪ੍ਰਸੰਗ ਪੜ੍ਹ ਚੁੱਕੇ ਹਨ। ਇਹਨਾਂ ਨੇ ਬਰਕਤਾਂ ਲੈ ਕੇ ਭਾਈ ਰੂਪੇ ਡੇਰੇ ਆਲ ਲਾਏ। ਭਾਈ ਰੂਪਾ ਵੀ ਇਤਿਹਾਸਿਕ ਨਗਰ ਹੈ। ਇਸ ਨਗਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਤੁਕਲਾਣੀ ਤੋਂ ਉੱਠ ਕੇ ਭਾਈ ਸਾਹਿਬ ਭਾਈ ਰੂਪ ਚੰਦ ਦੇ ਪਿਤਾ ਨੇ ਆਬਾਦ ਕੀਤਾ ਸੀ। ਤਕਰੀਬਨ ਸਾਰੀ ਆਯੂ ਉਹਨਾਂ ਨੇ ਇੱਥੇ ਹੀ ਬਤੀਤ ਕੀਤੀ। ਸੰਤ ਧੰਨਾ ਸਿੰਘ ਜੀ ਨੂੰ ਤੋਰਨ ਸਮੇਂ ਬਾਬਾ ਜੀ ਮਹਾਰਾਜ ਨੇ ਹੁਕਮ ਕੀਤਾ ਸੀ, ਤੁਸੀਂ ਕਮਾਈ ਬਹੁਤ ਕੀਤੀ ਹੈ ਤੇ ਹੋਰ ਵੀ ਕਰਨੀ ਹੈ, ਪਰ ਕਰਾਮਾਤਾਂ ਨਹੀਂ ਵਿਖਾਉਣੀਆਂ। ਤੁਹਾਨੂੰ ਹੁਕਮ ਹੈ ਇਸ ਨੂੰ ਸਮਾ ਕੇ ਜਰ ਕੇ ਰੱਖਣ ਦਾ। ਇੱਕ ਵਾਰ ਬਹੁਤ ਕਾਲ ਪੈ ਗਿਆ। ਲੋਕ ਪਾਣੀ ਤੇ ਬਾਰਿਸ਼ ਤੋਂ ਬਿਨਾਂ ਤੜਫ ਰਹੇ ਸਨ। ਸੰਤ ਧੰਨਾ ਸਿੰਘ ਜੀ ਦੇ ਸੇਵਕ ਨੇ ਬੇਨਤੀ ਕੀਤੀ, ਮਹਾਰਾਜ ਕੋਈ ਉਪਾਅ ਕਰੋ, ਮੀਂਹ ਪੈ ਜਾਏ। ਲੋਕ ਬਹੁਤ ਦੁਖੀ ਹਨ। ਉਹਨਾਂ ਨੂੰ ਕੀਤੇ ਹੋਏ ਸੰਕਲਪ ਦਾ ਖਿਆਲ ਭੁੱਲ ਗਿਆ ਤੇ ਬਚਨ ਕੀਤਾ, ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਯੱਗ ਕਰ ਦਿਓ, ਮੀਂਹ ਪੈ ਜਾਏਗਾ। ਬਾਬਾ ਜੀ ਦਾ ਬਚਨ ਸੀ, ਧੰਨਾ ਸਿੰਘ ਤੂੰ ਜਿੰਨਾ ਮੀਂਹ ਚਾਹੁੰਦਾ ਹੈ ਪਵਾ ਸਕਦਾ ਹੈ, ਪਰ ਹੁਕਮ ਨਹੀਂ ਵਾਲੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਸਮੱਗਰੀ ਆਟਾ, ਘਿਓ ਆਦਿ ਇਕੱਠਾ ਹੋਣਾ ਸ਼ੁਰੂ ਹੋ ਗਿਆ। ਯੱਗ ਦੀ ਤਿਆਰੀ ਹੋ ਗਈ। ਪਦਾਰਥ ਵਰਤਣਾ ਸ਼ੁਰੂ ਹੋ ਗਿਆ। ਮੀਂਹ ਨਾ ਪਿਆ। ਮਹਾਂਪੁਰਖ ਬਰਕਤਾਂ ਬਖਸ਼ ਕੇ ਵੀ ਵਰਤਣ ਤੋਂ ਸੰਕੋਚ ਕਰਾਉਂਦੇ ਹਨ। ਜੇ ਹੁਕਮ ਨਾ ਹੋਵੇ ਤਾਂ ਸਭ ਕੁਝ ਹੁੰਦੇ ਹੋਏ ਵੀ ਬਰਕਤ ਨਹੀਂ ਹੁੰਦੀ। ਜਿਵੇਂ ਫੁਰਮਾਨ ਹੈ, ਜਿਸਕਾ ਗ੍ਰਹਿ ਤਿੰਨ ਦਿਆ ਤਾਲਾ ਕੁੰਜੀ ਗੁਰ ਸੋ ਪਾਈ, ਅਨਿਕ ਉਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣਾਈ। ਗੌੜੀ ਪੂਰਬੀ ਮਹੱਲਾ 5ਵਾਂ ਅੰਗ 205। ਲੋਕਾਂ ਵਿੱਚ ਮੀਂਹ ਨਾ ਪੈਣ ਕਾਰਨ ਕਾਫੀ ਨਿਰਾਸ਼ਤਾ ਵਧੀ। ਸਰਕਾਰੀ ਮਾਮਲੇ ਦੀਆਂ ਚਿੱਠੀਆਂ ਆਉਣ ਲੱਗ ਪਈਆਂ। ਉਹਨਾਂ ਦਿਨਾਂ ਵਿੱਚ ਕਾਲ ਪੈਣ ਕਾਰਨ
ਮਾਮਲਾ ਦੇਣਾ ਵੀ ਔਖਾ ਸੀ। ਲੋਕਾਂ ਨੇ ਇਕੱਠੇ ਹੋ ਕੇ ਨੰਬਰਦਾਰਾਂ ਨੂੰ ਕਿਹਾ, ਤੁਹਾਨੂੰ ਪਤਾ ਹੀ ਹੈ ਜੋ ਕੁਝ ਸੀ ਉਹ ਤਾਂ ਜੱਗ 'ਤੇ ਲਾ ਦਿੱਤਾ, ਮਾਮਲਾ ਕਿੱਥੋਂ ਦਈਏ। ਮਾਮਲੇ ਦੀ ਉਗਰਾਹੀ ਵਿੱਚ ਦੇਰ ਹੋ ਜਾਣ ਦਾ ਕਾਰਨ ਸਰਕਾਰ ਨਾਭਾ ਰਿਆਸਤ ਨੇ ਪੁੱਛਿਆ। ਭਾਈ ਰੂਪਾ ਨਾਭੇ ਦੀ ਰਿਆਸਤ ਵਿੱਚ ਪੈਂਦਾ ਸੀ। ਸਰਕਾਰ ਨੇ ਪੁੱਛਿਆ, ਪੜਤਾਲ ਕੀਤੀ ਤਾਂ ਸਾਰੀ ਕਹਾਣੀ ਸੰਤ ਧੰਨਾ ਸਿੰਘ ਜੀ ਦੇ ਸਿਰ 'ਤੇ ਆ ਪਈ। ਰਾਜਾ ਹਰੀ ਸਿੰਘ ਨਾਭੇ ਵਾਲੇ ਨੇ ਸੰਤ ਧੰਨਾ ਜੀ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ। ਗ੍ਰਿਫਤਾਰ ਕਰਨ ਵਾਲੇ ਨਾਜ਼ਮ ਥਾਣੇਦਾਰ ਨੇ ਸੰਤ ਜੀ ਨੂੰ ਮਿਲ ਕੇ ਸਾਰੀ ਹਕੀਕਤ ਦੱਸੀ ਤੇ ਕਹਿਣ ਲੱਗਾ, ਮੈਂ 2-4 ਦਿਨ ਲੇਟ ਤਾਂ ਕਰ ਸਕਦਾ ਹਾਂ, ਪਰ ਵਾਰੰਟ ਖਤਮ ਨਹੀਂ ਕਰ ਸਕਦਾ। ਸੰਤ ਧੰਨਾ ਸਿੰਘ ਜੀ ਨੇ ਆਪਣਾ ਇੱਕ ਸੇਵਾਦਾਰ ਬਾਬਾ ਜੀ ਦੇ ਚਰਨਾਂ ਵਿੱਚ ਭੇਜਿਆ। ਉਸ ਨੂੰ ਤਾਕੀਦ ਸੀ ਕਿ ਪਹਿਲਾਂ ਭਾਈ ਵਰਿਆਮ ਸਿੰਘ ਜੀ ਕੋਲ ਜਾ ਕੇ ਸਾਰੀ ਹਕੀਕਤ ਦੱਸਣੀ ਹੈ, ਫਿਰ ਉਸ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਬੇਨਤੀ ਕਰਨੀ ਹੈ ਸੇਵਕ 'ਤੇ ਰਹਿਮ ਕਰਨ ਲਈ। ਸੇਵਾਦਾਰ ਨੇ ਪੁੱਛੋ ਪਹੁੰਚ ਕੇ ਭਾਈ ਵਰਿਆਮ ਸਿੰਘ ਜੀ ਨੂੰ ਸਾਰੀ ਵਿਥਿਆ ਸੁਣਾਈ, ਫਿਰ ਬਾਬਾ ਜੀ ਪਾਸ ਬੇਨਤੀ ਕਰਨ ਲਈ ਤੁਰ ਪਏ। ਵਰਿਆਮ ਸਿੰਘ ਨੇ ਬਾਬਾ ਜੀ ਪਾਸ ਬੇਨਤੀ ਦੇ ਰੂਪ ਵਿੱਚ ਸਾਰੀ ਕਹਾਣੀ ਸੁਣਾਈ। ਹਜ਼ੂਰ ਨੇ ਬਚਨ ਕੀਤਾ, ਉਸਨੇ ਆਪਣੀ ਮਰਜ਼ੀ ਕਿਉਂ ਕੀਤੀ, ਕਰਨਾ ਸੀ ਤੇ ਹੁਕਮ ਲੈਂਦਾ। ਸੇਵਾਦਾਰ ਨੇ ਕਿਹਾ, ਮਹਾਰਾਜ ਗਲਤੀ ਹੋ ਗਈ, ਮਾफ़ ਕਰ ਦਿਓ। ਮਿਹਰਬਾਨ ਹੋਏ ਕਹਿਣ ਲੱਗੇ, ਭਾਈ ਵਰਿਆਮ ਸਿੰਘ ਤੂੰ ਨਾਲ ਜਾ ਤੇ ਉਹਨਾਂ ਇੱਕ ਸ਼ਬਦ ਦੇ ਪਾਠ ਕਰਨ ਦੀ ਮਰਿਆਦਾ ਸਮਝਾਈ, ਇਹ ਪਾਠ ਕਰਨਾ ਹੈ, ਮੀਂਹ ਪੈ ਜਾਏਗਾ। ਸੇਵਕ ਤਾਂ ਭਾਈ ਰੂਪੇ ਤੋਰ ਦਿੱਤਾ ਤੇ ਹਜ਼ੂਰ ਬਾਬਾ ਜੀ ਨੇ ਨਾਭੇ ਵਾਲੇ ਰਾਜੇ ਨੂੰ ਤਾਰ ਦਿੱਤੀ। ਲਿਖਿਆ ਸੀ, ਆਪ ਦਾ ਕਿਆ ਅਹਿਵਾਲ ਹੈ, ਤੁਹਾਡਾ ਕੀ ਹਾਲ ਹੈ। राजे हरि सिंह वालों तुरंत जवाब आया, आपको मेरा हाल जानने की क्या ज़रूरत है। महापुरखों के वारंट जारी करने वाले का हशर की हुंदा है वो होना शुरू हो गया। टिक्का रिपू दमन सिंह के पेट विच दर्द शुरू हो गया। कुछ ही समय विच लाइलाज हो गया। इधरों थोड़ी देर बाद ही हजूर ने एक सेवक इलायचियां दे के नाभे नूं भेज दिता ते कहा, सानू तेरा हाल जानने की लोड़ तां पई कि तू साडे बेटे नूं हत्थ घड़ी लवाउण दा हुक्म दिता है। हुण दस, हत्थ घड़ी साडे सेवक नूं पहिलां लगी जां तेरे पुत्त नूं। सेवक ने कहा, हजूर ये कहण दी मेरी हिम्मत नहीं होनी। हजूर ने कहा, तू राजे कोल जाना ही है, जो कहना है असीं आप ही कह देवांगे। जे राजा गिरफ्तारी दे हुक्म वापस लै लवे तां एक इलायची टिक्के नूं दे आउणी। नाभे पहुँच के सेवक ने राजा हरी सिंह नूं बाबा जी दे बचन सुना दिते। टिक्के की हालत अत खराब सी। राजे ने गलती मन के हजूर तो सेवक राही माफ़ी की मंग की ते गिरफ्तारी वारंट रद्द कर दिते। सेवक ने बाबा जी के हुक्म अनुसार एक इलायची टिक्के नूं दे दिती। टिक्के का दर्द बंद हो गया, वो आराम विच हो गया। राजा कौतक वेख के हैरान हो गया ते हजूर के दर्शन करन दा मन बना लिया। दर्शन करन दा प्रसंग अगे आएगा। इस तो उपरंत भाई रूपे मींह भी हुक्म अनुसार पै गया। इलाका खुश हो उठिया। सारी सृष्टि महापुरखों के हुक्म विच ही हुंदी है, क्योंकि महापुरख परमेश्वर का ही रूप हुंदे हन।